ਹਾਲੇਲੂਇਆ। ਸੋ ਸਰੰਜਾਮ ਸਿੱਧੀ ਮੈਂ ਪਰਮੇਸ਼ਰ ਦਾ ਥੈਂਕਸ ਕਰਦਾ ਹਾਂ ਅੱਜ ਦੇ ਦਿਨ ਦੇ ਲਈ ਔਰ ਅੱਜ ਦੇ ਸਮੇਂ ਦੇ ਲਈ ਜੋ ਪਰਮੇਸ਼ਰ ਨੇ ਮੇਰੇ ਤੇ ਤੁਹਾਡੇ ਜੀਵਨਾਂ ਦੇ ਵਿੱਚ ਦਿੱਤਾ। ਮੈਂ ਪਰਮੇਸ਼ਰ ਦਾ ਸ਼ੁਕਰਗੁਜ਼ਾਰ ਹਾਂ ਅੱਜ ਦੁਪਹਿਰ ਦੇ ਲਈ, ਅੱਜ ਦੇ ਦਿਨ ਦੇ ਲਈ ਜੋ ਪਰਮੇਸ਼ਰ ਨੇ ਜੀਵਿਤ ਰੱਖਿਆ। ਬਹੁਤ ਸਾਰੇ ਲੋਕ ਸੀ ਜਿਹੜੇ ਅੱਜ ਦੇ ਦਿਨ ਨੂੰ, ਅੱਜ ਇਸ ਦੁਪਹਿਰ ਨੂੰ ਔਰ ਅੱਜ ਦੇ ਜੀਵਤ ਵਚਨ ਨੂੰ ਸੁਣਨਾ ਚਾਹੁੰਦੇ ਸੀ ਪਰ ਉਹ ਨਹੀਂ ਸੁਣ ਪਾਏ। ਇਹ ਪਰਮੇਸ਼ਰ ਦੇ ਪਿਆਰ ਦਾ ਸਬੂਤ ਹੋ ਅੱਜ ਸੱਤ ਤੇ ਜੀਵਤ ਹਾਂ। ਹਾਲੇਲੂਇਆ। ਸੋ ਮੈਂ ਜਿਸ ਟੌਪਿਕ 'ਤੇ ਗੱਲ ਕਰਨ ਵਾਲਾ ਹਾਂ ਉਹ ਹੈ ਦਸਵੰਸ। ਸਾਨੂੰ ਦਸਵੰਸ ਕਿਸ ਤਰ੍ਹਾਂ ਦੇਣਾ ਚਾਹੀਦਾ ਹੈ ਅਤੇ ਦਸਵੰਸ ਦੇਣ ਦੇ ਕੀ ਬੈਨੀਫਿਟ ਨੇ, ਕੀ ਲਾਭ ਨੇ। ਹਾਲੇਲੂਇਆ। ਸੋ ਅੱਜ ਬਹੁਤ ਸਾਰੇ ਲੋਕ ਤਾਂ ਦਸਵੰਸ ਬੀਜਦੇ ਨੇ ਪਰ ਉਹਨਾਂ ਦੇ ਕੋਲ ਆਸ਼ੀਸ਼ਾਂ ਨਹੀਂ ਨੇ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਦਸਵੰਸ ਬੀਜਦੇ ਹਾਂ ਪਰ ਸਾਡੇ ਕੋਲ ਆਸ਼ੀਸ਼ਾਂ ਕਿਉਂ ਨਹੀਂ ਹੈ। ਹਾਲੇਲੂਇਆ। ਬਹੁਤ ਸਾਰੇ ਲੋਕ ਸੋਚਦੇ ਨੇ ਕਿ ਦਸਵੰਸ ਪਾਸਟਰ ਮੰਗ ਰਿਹਾ। ਤੁਸੀਂ ਇਸ ਗੱਲ 'ਤੇ ਗਲਤ ਔਰ ਰੋਂਗ ਹੋ। ਤੁਸੀਂ ਦਸਵੰਸ ਇੱਕ ਪਾਸਟਰ ਨਹੀਂ ਮੰਗ ਰਿਹਾ ਬਲਕਿ ਪ੍ਰਭੂ ਮੰਗ ਰਿਹਾ ਹੈ। ਪ੍ਰਭੂ ਨੇ ਕਿਹਾ ਸਾਰੇ ਦਸਵੰਸ ਮੇਰੇ ਮੋਦੀ ਖਾਨੇ ਵਿੱਚ ਲਿਆਓ ਤਾਂ ਜੋ ਮੇਰੇ ਭਵਨ ਦੇ ਵਿੱਚ ਭੋਜਨ ਹੋਵੇ। ਹਾਲੇਲੂਇਆ। ਬਹੁਤ ਸਾਰੇ ਲੋਕ ਇਸ ਵਚਨ ਨੂੰ ਗਲਤ ਤਰੀਕੇ ਦੇ ਨਾਲ ਇਸਤੇਮਾਲ ਕਰ ਰਹੇ ਨੇ, ਗਲਤ ਤਰੀਕੇ ਦੇ ਨਾਲ ਦੇਖ ਰਹੇ ਨੇ ਕਿ ਵਚਨ ਨੂੰ ਤੋੜ ਮਰੋੜ ਕਰ ਦੱਸ ਰਹੇ ਨੇ ਕਿ ਇਹ ਵਚਨ ਪਾਸਟਰ ਦੀ ਗੱਲ ਕਰ ਰਿਹਾ ਹੈ। ਪਾਸਟਰ ਦੀ ਨਹੀਂ ਬਲਕਿ ਸਾਡੇ ਕੋਲ ਪਿਤਾ ਪਰਮੇਸ਼ਰ ਜੋ ਦਸਵੰਸ ਨੂੰ ਮੰਗ ਜੋ ਆਪਣਾ ਹਿੱਸਾ ਮੰਗ ਰਿਹਾ ਹੈ। ਹਾਲੇਲੂਇਆ। ਇਸ ਲਈ ਸਾਨੂੰ ਪਰਮੇਸ਼ਰ ਦੇ ਰਾਜ, ਪਰਮੇਸ਼ਰ ਦੇ ਘਰ ਦੇ ਵਿੱਚ ਦਸਵੰਸ ਦੇਣ ਦੀ ਬਹੁਤ ਲੋੜ ਹੈ। ਦਸਵੰਸ ਅਸੀਂ ਇਸ ਲਈ ਦੇ ਰਹੇ ਹਾਂ ਤਾਂ ਜੋ ਪਰਮੇਸ਼ਰ ਦੀ ਸੇਵਕਾਈ ਵਧੇ, ਬਹੁਤ ਜ਼ਿਆਦਾ ਲੋਕ ਤਿਆਰ ਹੋਣ। ਹਾਂਜੀ। ਬਹੁਤ ਸਾਰੇ ਲੋਕ ਆਉਂਦੇ ਨੇ ਕਿ ਨਹੀਂ ਜੇ ਦਸਵੰਸ ਦੇਵਾਂਗੇ ਤਾਂ ਪਾਸਟਰ ਉਹ ਖਰੀਦਦਾ ਸਾਡੇ ਪੈਸਿਆਂ ਦਾ ਨਹੀਂ। ਸਾਡੇ ਪੈਸੇ ਤੋਂ ਪ੍ਰਭੂ ਹਿੱਸਾ ਮੰਗਦਾ ਹੈ। ਉਹ ਅਗਰ ਤੁਸੀਂ ਦਸਵੰਸ ਦਿੰਦੇ ਤਾਂ ਪ੍ਰਭੂ ਤੁਹਾਨੂੰ ਆਸ਼ੀਸ਼ਾਂ ਨਾਲ ਵੀ ਦਿੰਦਾ ਹੈ। ਹਾਲੇਲੂਇਆ। ਇਸ ਲਈ ਦਸਵੰਸ ਬੀਜੋ। ਸੋ ਅੱਜ ਮੇਰਾ ਟੌਪਿਕ ਆ ਦਸਵੰਸ ਦੇ ਉੱਤੇ ਤੁਹਾਨੂੰ ਮੈਂ ਦੱਸਣ ਜਾ ਰਿਹਾ ਕਿ ਦਸਵੰਸ ਕੀ ਚੀਜ਼ ਆ, ਦਸਵੰਸ ਦੀ ਪਾਵਰ ਕੀ ਆ। ਸੋ ਅੱਜ ਅਸੀਂ ਦਸਵੰਸ ਉੱਤੇ ਗੱਲ ਕਰਨ ਜਾ ਰਹੇ ਹਾਂ, ਗੌਰ ਕਰਨ ਜਾ ਰਹੇ ਹਾਂ। ਅਸੀਂ ਬਾਈਬਲ ਦੇ ਵਿੱਚੋਂ ਸਿੱਖਾਂਗੇ ਮਲਾਕੀ ਦੀ ਕਿਤਾਬ ਉਸਦਾ 3 ਅਧਿਆਇ 10 ਦੇ ਵਿੱਚ ਪੜ੍ਹਾਂਗੇ। सारे दसवंश भंडार में ले आओ कि मेरे भवन में भोजन वस्तुएं रहें और सैनों का यहोवा ये आता है। हालेलुया। प्रभु ने कहा सारे दसवंश मेरे मोदी खाने ਵਿੱਚ ਲਿਆਓ ਤਾਂ ਜੋ ਮੇਰੇ ਭਵਨ ਦੇ ਵਿੱਚ ਭੋਜਨ ਹੋਵੇ। ਪ੍ਰਭੂ ਦਾ ਹੁਣ ਮੋਦੀ ਖਾਣਾ ਕਿਹੜਾ ਔਰ ਭਵਨ, ਜਿਸ ਜਗ੍ਹਾ ਤੁਸੀਂ ਜਾਂਦੇ ਹੋ ਚਰਚ, ਉਹ ਪ੍ਰਭੂ ਦਾ ਭਵਨ ਆ ਤੇ ਉਹਦੇ ਵਿੱਚ ਹੀ ਭੋਜਨ ਹੋਵੇ। ਉਹ ਭੋਜਨ ਜਿਹੜਾ ਉਹ ਤੁਹਾਡੇ ਲਈ ਹੋਵੇਗਾ। ਇਸ ਸੈਨਾ ਦਾ ਯਹੋਵਾ ਆਖ ਰਿਹਾ, ਕੋਈ ਪਾਸਟਰ ਨਹੀਂ ਆਖ ਰਿਹਾ। ਇਸ ਜਗ੍ਹਾ ਉੱਤੇ ਸੈਨਾ ਦੇ ਯਹੋਵਾ ਪ੍ਰਭੂ ਯੀਸ਼ੂ ਮਸੀਹ ਦੀ ਗੱਲ ਹੋ ਰਹੀ, ਨਾ कि पास्टर की गल हो रही है। हालेलुया। कि ऐसा करके मुझे परखो कि मैं आकाश के झरने तुम्हारे लिए खोलकर तुम पर अपरंपार आशीष की बरसात करूँगा। आंदा इस तरह करके मैंने परखो। आंदा सारे दसवंस मेरी मोदी खाने ਵਿੱਚ ਲਿਆਓ ਤਾਂ ਮੈਂ ਭੋਜਨ ਹੋਵੇ। ਆਂਦਾ ਇਸੇ ਤਰ੍ਹਾਂ ਕਰਕੇ ਵੇਖੋ ਮੈਂ ਤੁਹਾਡੀ ਆਕਾਸ਼ ਦੀਆਂ ਖਿੜਕੀਆਂ ਨੂੰ ਖੋਲਦਾ ਵਾਂ ਕਿ ਤੁਹਾਡੇ ਉੱਤੇ ਬਰਕਤ ਵਰਾਵਾਂ। कि नहीं मैं तुम्हारे लिए नाश करने वालों को ऐसा कहूँगा कि वह तुम्हारी भूमि की उपज नष्ट ना करें। आंदा ਜਿਹੜੇ ਸਾਡਾ ਨਾਸ਼ ਕਰ ਦਿੰਦਾ। ਜੇ ਤੁਸੀਂ ਦਸਵੰਸ ਨੂੰ ਬੀਜਦੇ ਹੋ, ਦਸਵੰਸ ਦਿੰਦੇ ਹੋ ਪਰਮੇਸ਼ਰ ਦੇ ਲਈ, ਪਰਮੇਸ਼ਰ ਦੀ ਸੇਵਕਾਈ ਨੂੰ ਵਧਾਉਣ ਦੇ ਲਈ ਦਸਵੰਸ ਦਿੰਦੇ ਹੋ ਤੇ ਆਂਦਾ ਮੈਨੂੰ ਪਰਖਦੇ ਹੋ ਤੇ ਮੈਂ ਤੁਹਾਡੇ ਲਈ ਆਕਾਸ਼ ਦੀਆਂ ਖਿੜਕੀਆਂ ਖੋਲ੍ਹਦਾ ਹਾਂ। ਆਂਦਾ ਫਿਰ ਤੁਹਾਡੇ ਕੋਲ ਇੰਨਾ ਕੁ ਹੋਏਗਾ ਕਿ ਤੁਹਾਡੇ ਕੋਲ ਰੱਖਣ ਦੀ ਜਗ੍ਹਾ ਨਹੀਂ। ਫਿਰ ਆਂਦਾ ਮੈਂ ਉਹਨਾਂ ਨੂੰ ਵੀ ਝਿੜਕਾਂਗਾ ਜੇ ਤੁਹਾਡੀ ਫਸਲ ਨਾਸ਼ ਕਰਨਗੇ। ਤੁਹਾਡੀ ਫਸਲ ਨਾਸ਼ ਕਰਨ ਵਾਲਾ ਕੌਣ ਆ? ਸ਼ੈਤਾਨ ਆ, ਬਿਮਾਰੀ ਆ ਜੋ ਤੁਹਾਡੇ ਪੈਸੇ ਇੱਧਰ ਉੱਧਰ ਲਗਾ ਰਹੀ ਆ। ਅੱਜ ਬਿਮਾਰੀ ਆ ਤੇ ਲੋਕ ਪੈਸੇ ਡਾਕਟਰਾਂ ਨੂੰ ਦੇ ਰਹੇ ਪਰ ਪ੍ਰਭੂ ਦੇ ਘਰ ਦੇ ਵਿੱਚ ਪ੍ਰਭੂ ਦਾ ਹਿੱਸਾ ਨਹੀਂ ਦੇ ਰਹੇ। हालेलुया। इसे तो 8 वचन में पढ़ के देखेंगे। क्या मनुष्य परमेश्वर को धोखा दे सकता है? पर देखो तुम मुझको धोखा देते रहे और तभी पूछते हो हमने किसी बात पर तुझे लूटा। आंदा कोई जन परमेश्वर ਨੂੰ ਧੋਖਾ ਨਹੀਂ ਦਿੰਦਾ ਪਰ मैं और तुसी परमेश्वर ਨੂੰ ਧੋਖਾ ਦੇ ਰਹੇ हैं। ਹੁਣ ਬਹੁਤ ਸਾਰੇ ਲੋਕ ਆਉਂਦੇ ਅਸੀਂ ਕਿਹੜੀ ਗੱਲ ਵਿੱਚ ਪਰਮੇਸ਼ਰ ਨੂੰ ਧੋਖਾ ਦੇ ਰਹੇ। ਅਸੀਂ ਧੋਖਾ ਦੇ ਰਹੇ ਜੇਕਰ ਅਸੀਂ ਵਚਨ ਨੂੰ ਗਹਿਰਾਈ ਦੇ ਨਾਲ ਸਮਝੇ, ਵਿਸਤਾਰ ਦੇ ਨਾਲ ਸਮਝੇ, ਸੱਚਮੁੱਚ ਅਸੀਂ ਪਰਮੇਸ਼ਰ ਨੂੰ ਧੋਖਾ ਦੇ ਰਹੇ। ਪਰਮੇਸ਼ਰ ਨੂੰ ਅਸੀਂ ਧੋਖਾ ਇਸ ਗੱਲ ਦੇ ਵਿੱਚ ਦੇ ਰਹੇ ਕਿ ਅਸੀਂ ਪਰਮੇਸ਼ਰ ਦਾ ਹਿੱਸਾ ਨਹੀਂ ਕੱਢ ਰਹੇ।
ਜੋ ਕਿ ਪਰਮੇਸ਼ਰ ਦੀ ਆਗਿਆ ਹੈ। ਨਾ ਕਿ ਤੁਸੀਂ ਇਹ ਪਾਸਟਰ ਨੂੰ ਦੇਣਾ ਹੈ, ਨਾ ਤੁਸੀਂ ਕਿਸੇ ਨੂੰ ਦੇਣਾ, ਬਲਕਿ ਪਰਮੇਸ਼ਰ ਦੀ ਸੇਵਕਾਈ ਦੇ ਲਈ, ਪਰਮੇਸ਼ਰ ਦੇ ਕੰਮਾਂ ਦੇ ਲਈ ਤੁਸੀਂ ਇਸ ਹਿੱਸੇ ਨੂੰ ਦੇਣਾ ਹੈ। ਹਾਲੇਲੂਇਆ। बहुत सारे लोग अजमाइन करते हैं, बहुत सारे अगर पासवान प्रचार करे अपनी चर्च में, बहुत सारे लोग होते ਉਹਦੇ ਖਿਲਾਫ ਹੋ ਜਾਣਗੇ, ਉਸ ਚਰਚ ਨੂੰ ਛੱਡ ਦੇਣਗੇ, ਪਾਸਟਰ ਸਾਡੇ ਕੋਲ ਹਿੱਸਾ ਮੰਗ ਰਹੇ। ਨੋ, ਤੁਸੀਂ ਗਲਤ ਇਸ ਜਗ੍ਹਾ ਦੇ ਉੱਤੇ। ਪਾਸਟਰ ਤੁਹਾਡੇ ਕੋਲ ਹਿੱਸਾ ਨਹੀਂ ਮੰਗ ਰਿਹਾ, ਬਲਕਿ ਪਰਮੇਸ਼ਰ ਤੁਹਾਡੇ ਕੋਲ ਹਿੱਸਾ ਮੰਗ ਰਿਹਾ। ਪਿਤਾ ਮੰਗ ਰਿਹਾ ਕਿ ਮੈਨੂੰ ਪਰਖੋ ਕਿ ਮੈਂ ਤੁਹਾਡੇ ਲਈ ਪ੍ਰਭੂ ਤੁਹਾਡੇ ਪੈਸੇ ਦਾ ਭੁੱਖਾ ਨਹੀਂ ਹੈ। ਪ੍ਰਭੂ ਤੁਹਾਡੇ ਕੋਲ ਤਾਂ ਮੰਗ ਰਿਹਾ ਕਿ ਮੈਂ ਤੁਹਾਨੂੰ ਆਸ਼ੀਸ਼ਾਂ ਦੇਵਾਂ, ਵੀ ਵੇਖਾਂ ਵੀ ਲੋਕ ਵਫਾਦਾਰ ਨੇ ਮੇਰੇ ਨਾਲ। ਅਗਰ ਤੁਸੀਂ ਅੱਜ ਹਿੱਸਾ ਬੀਜਦੇ ਹੋ, ਆਪਣਾ ਬੀਜ ਪਾਉਂਦੇ ਹੋ, ਤੁਸੀਂ ਕਾਮਯਾਬ, ਤੁਸੀਂ ਬੈਨੀਫਿਟ ਦੇ ਵਿੱਚ ਹੋ, ਕਿਉਂਕਿ ਦਸਵੰਧ ਇੱਕ ਉਹ ਪਾਵਰ ਆ ਜਿਹੜੀ ਤੁਹਾਡੇ ਘਰ ਦੇ ਵਿੱਚ ਆਸ਼ੀਸ਼ ਹੈ। ਅਗਰ ਤੁਸੀਂ ਦਸਵੰਧ ਬੀਜਦੇ ਹੋ, ਤੁਹਾਡੇ ਭਰੋਲੇ ਭਰੇ ਰਹਿਣਗੇ, ਤਾਂ ਪ੍ਰਭੂ ਤੁਹਾਡੇ ਲਈ ਖਾਣ ਵਾਲਿਆਂ ਨੂੰ ਛਿੜਕੇਗਾ। ਜੇ ਤੁਹਾਡਾ ਖਾਂਦੇ ਉਹਨਾਂ ਨੂੰ ਤੁਹਾਡੇ ਖਾਣ ਵਾਲੇ ਕਿਹੜੇ ਨੇ? ਬਿਮਾਰੀ ਹੈ, ਸ਼ੈਤਾਨ ਆ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਤੁਹਾਡੇ ਖਾਂਦੀਆਂ ਜਾਂਦਾ। ਅਗਰ ਤੁਸੀਂ ਦਸਵੰਧ ਦਿੰਦੇ ਹੋ ਤਾਂ ਮੈਂ ਉਹਨਾਂ ਨੂੰ ਤੁਹਾਡੇ ਲਈ ਛਿੜਕਾਂਗਾ। ਹਾਲੇਲੂਇਆ। ਅਗਰ ਅੱਜ ਲੋਕ ਚਰਚ ਜਾ ਰਹੇ ਨੇ ਤਾਂ ਸਿਰਫ ਆਪਣੀ ਜੇਬ ਦੇ 10 ਰੁਪਏ ਲੈ ਕੇ ਜਾ ਰਹੇ ਨੇ। ਤੁਹਾਨੂੰ ਮੈਂ ਇੱਕ ਪਾਸਟਰ ਦੀ ਗੱਲ ਦੱਸਦਾ। ਇੱਕ ਪਾਸਟਰ ਇੱਕ ਵਾਰੀ ਕਰੂਸਰ ਦੇ ਵਿੱਚ ਆਇਆ, ਉਹਨੇ ਕਿਹਾ ਸਾਨੂੰ ਸਭ ਤੋਂ ਉੱਤਮ ਭੇਡ ਕੱਢਣ ਦੀ ਜ਼ਰੂਰਤ ਆ। ਉੱਤਮ ਭੇਡ, ਮੈਂ ਉੱਤਮ ਭੇਡ ਵੀ ਤੁਹਾਨੂੰ ਦੱਸਾਂਗਾ ਉੱਤਮ ਭੇਡ ਕਿਹੜੀ ਆ। ਉਹਨੇ ਕਿਹਾ ਸਾਨੂੰ ਉੱਤਮ ਭੇਡ ਕੱਢਣ ਦੀ ਜ਼ਰੂਰਤ ਆ। ਉਹਨੇ ਕਿਹਾ ਬਹੁਤ ਸਾਰੀ ਜਗ੍ਹਾ ਉੱਤੇ ਮੈਂ ਕਿਹਾ ਉੱਥੇ ਲੋਕ 10 ਰੁਪਏ ਕੱਢ ਦਿੰਦਾ। ਜਦੋਂ ਕਨਵੈਨਸ਼ਨ ਹੋਈ ਤਾਂ ਮੈਂ ਉੱਥੇ ਇਕੱਲੇ ਨੇ 100 ਦਾ ਨੋਟ ਕੱਢਿਆ, ਅਤੇ ਉਹਨੇ ਪਾਸਟਰ ਨੇ ਗੱਲ ਕੀਤੀ ਜਾਂਦਾ ਅੱਜ ਕੱਲ੍ਹ ਦੇ ਬੱਚੇ ਜਿਹੜੇ ਨੇ 10 ਨਹੀਂ ਲੈਂਦੇ, ਬਲਕਿ ਇੱਕ ਪੂਰੇ ਦਿਨ ਦੇ ਵਿੱਚ 100 ਰੁਪਇਆ ਖਰਚ ਜਾਂਦੇ, ਪਰ ਤੁਸੀਂ ਪਰਮੇਸ਼ਰ ਨੂੰ ਇੱਕ ਬੱਚੇ ਦੇ ਨਹੀਂ ਸਮਝਦੇ। ਪਰਮੇਸ਼ਰ ਨਾ ਤਾਂ ਤੁਹਾਡੇ ਪੈਸੇ ਦਾ ਭੁੱਖਾ ਹੈ, ਨਾ ਤੁਹਾਡੇ 10 ਰੁਪਏ ਦਾ ਭੁੱਖਾ ਹੈ, ਪਰ ਸਾਨੂੰ ਪਰਮੇਸ਼ਰ ਦੇ ਘਰ ਦੇ ਵਿੱਚ ਉੱਤਮ ਚੀਜ਼ ਲੈ ਕੇ ਜਾਣ ਦੀ ਜ਼ਰੂਰਤ ਆ। ਹਾਲੇਲੂਇਆ। ਆਂਦਾ ਮੈਂ ਉਸ ਜਗ੍ਹਾ ਤੋਂ 100 ਰੁਪਏ ਆਫਰਿੰਗ ਦੇ ਕੇ ਆਇਆ, ਜੋ ਕਿ ਉੱਤਮ ਭੇਡ ਸੀ। ਹਾਲੇਲੂਇਆ। ਆਂਦਾ 10 ਰੁਪਏ ਬੱਚੇ ਖਰਚ ਜਾਂਦੇ ਨੇ, ਤੁਸੀਂ ਪ੍ਰਭੂ ਨੂੰ ਬੱਚੇ ਦੀ ਨਹੀਂ ਸਮਝਦੇ। ਆਂਦਾ ਪ੍ਰਭੂ ਕੋਈ ਬੱਚਾ ਨਹੀਂ, ਤੁਹਾਡੇ ਪੈਸੇ ਦਾ ਭੁੱਖਾ ਨਹੀਂ ਆ, ਉਹ ਬਸ ਤੁਹਾਨੂੰ ਪਰਖਣ ਦੇ ਲਈ ਕਰ ਰਿਹਾ ਇਸ ਤਰ੍ਹਾਂ ਕਿ ਤੁਸੀਂ ਮੇਰੇ ਨਾਲ ਕਿੰਨੇ ਕੁ ਵਫਾਦਾਰ ਹੋ। ਅਗਰ ਦੁਨਾਵੀ ਤੌਰ 'ਤੇ ਵੇਖੀਏ, ਤੁਹਾਡੇ ਬੱਚੇ ਨੇ, ਅਗਰ ਤੁਹਾਡੇ ਕੋਲ ਦਿਨ ਦੇ ਵਿੱਚ 10 ਕਰਕੇ ਲੈ ਆਏ ਨੇ, ਤਾਂ ਸ਼ਾਇਦ ਉਹ 500 ਰੁਪਏ ਤੱਕ ਤੁਹਾਡਾ ਸ਼ਾਮ ਤੱਕ ਖਰਚ ਕਰ ਦਿੰਦੇ ਨੇ ਮੇਰੇ ਹਿਸਾਬ ਦੇ ਨਾਲ। ਅਗਰ ਉਹ ਸਵੇਰ ਤੋਂ ਲੈ ਕੇ ਤੁਹਾਡੇ ਕੋਲ ਸ਼ਾਮ ਤੱਕ 10 ਰੁਪਏ ਲੈਣ ਤਾਂ 500 ਰੁਪਏ ਖਰਚ ਕਰਦੇ ਨੇ। ਪਰ ਤੁਸੀਂ ਪਰਮੇਸ਼ਵਰ ਦੇ ਵਾਰੀ ਕਿਉਂ ਹਿਚਕਿਚਾਉਂਦੇ? ਕਿਉਂ ਆਪਣੀ ਮੁੱਠੀ ਬੰਦ ਕਰ ਲੈਂਦੇ? ਹਾਲੇਲੂਇਆ। ਫਿਰ ਤੁਸੀਂ ਕਹਿੰਦੇ ਸਾਡੇ ਕੋਲ ਹੈ ਹੀ ਨਹੀਂ ਪਰਮੇਸ਼ਵਰ ਦੇ ਲਈ। ਹਾਲੇਲੂਇਆ। ਮੈਂ ਤੁਹਾਨੂੰ ਗੱਲ ਦੱਸਣਾ, ਤੁਸੀਂ ਕੋਲਗੇਟ ਤਾਂ ਸਾਰੇ ਕਰਦੇ ਨੇ, ਜਿਹੜਾ ਵਿਅਕਤੀ ਆ ਉਸ ਕੰਪਨੀ ਦਾ, ਜਿਹੜਾ ਓਨਰ ਆ, ਜਿਹੜਾ ਹੈਡ ਆ ਉਸ ਕੰਪਨੀ ਦਾ, ਉਹ 9 ਦੇ 9 ਹਿੱਸੇ ਪਰਮੇਸ਼ਰ ਦੇ ਰਾਜ ਦੇ ਵਿੱਚ ਦਿੰਦਾ ਔਰ 10ਵਾਂ ਹਿੱਸਾ ਰੱਖਦਾ। ਅੱਜ ਔਰ ਕੋਲਗੇਟ ਪੂਰੇ ਆਲ ਵਰਲਡ ਦੇ ਵਿੱਚ ਚੱਲ ਰਹੀ ਆ। ਇਹ ਪਾਵਰ ਆ ਦਸਵੰਸ ਦੀ, ਕਿ ਤੁਹਾਡੇ ਰੁਕੇ ਕੰਮ ਦਸਵੰਸ ਦੇ ਨਾਲ ਖੁੱਲਣਗੇ। ਕੁਝ ਚੀਜ਼ਾਂ ਨੇ ਜਿਹੜੀਆਂ ਬਿਨਾਂ ਬੀਜਣ ਤੋਂ ਨਹੀਂ ਜਾਂਦੀਆਂ, ਕੁਛ ਬਿਮਾਰੀਆਂ ਜਿਹੜੀਆਂ ਬਿਨਾਂ ਬੀਜਣ ਤੋਂ ਨਹੀਂ ਜਾਂਦੀਆਂ। ਨਾ ਤਾਂ ਪਾਸਟਰ ਤੁਹਾਡੇ ਪੈਸੇ ਦਾ ਭੁੱਖਾ ਹੈ, ਨਾ ਪਰਮੇਸ਼ਰ ਤੁਹਾਡੇ ਪੈਸੇ ਦਾ ਭੁੱਖਾ ਹੈ। ਬਸ ਉਹ ਤੁਹਾਨੂੰ ਗਾਈਡ ਕਰ ਰਿਹਾ ਵਾ ਕਿ ਮੈਨੂੰ ਪਰਖ ਕੇ ਦਾ ਵੇਖੋ, ਮੈਂ ਤੁਹਾਡੇ ਘਰਾਂ ਨੂੰ ਅਨਾਜਾਂ ਦੇ ਨਾਲ ਭਰ ਦਾਂਗਾ। ਹਾਲੇਲੂਇਆ। ਤੁਹਾਨੂੰ ਇੱਕ ਸਟੋਰੀ ਸੁਣਾਉਣਾ ਇੱਕ ਭੈਣ ਦੀ। ਇੱਕ ਭੈਣ ਜੋ ਇੰਡੀਆ ਦੇ ਵਿੱਚ ਪਰਮੇਸ਼ਰ ਦੇ ਨਾਲ ਵਫਾਦਾਰ ਸੀ। ਜਦੋਂ ਇੰਡੀਆ ਦੇ ਵਿੱਚ ਉਹਦੀ ਸੈਲਰੀ 5000 ਸੀ, ਮੈਡੀਕਲ ਦੇ ਵਿੱਚ ਉਹਦੀ ਸੈਲਰੀ 5000 ਸੀ, ਉਹ ਪਰਮੇਸ਼ਰ ਦੇ ਨਾਲ 5000 ਦੇ ਵਿੱਚ ਵੀ ਵਫਾਦਾਰ ਹੈ। ਉਹਦੀ ਸੈਲਰੀ 15000 ਹੋਈ, ਉਹਦੇ ਨਾਲ ਵਫਾਦਾਰ ਹੈ। 50000 ਹੋਈ ਉਹਦੀ ਸੈਲਰੀ, ਵਫਾਦਾਰ ਹੈ। ਉਸ ਤੋਂ ਬਾਅਦ ਉਹ ਅਮਰੀਕਾ ਚਲੀ ਗਈ, ਉੱਥੇ ਜਾ ਕੇ ਉਹਦੀ 1 ਲੱਖ ਰੁਪਇਆ ਸੈਲਰੀ ਲੱਗੀ, ਉਹਦੇ ਵਿੱਚ ਪਰਮੇਸ਼ਰ ਦੇ ਨਾਲ ਵਫਾਦਾਰ ਹੈ। ਜਦ ਉਹਦੀ ਸੈਲਰੀ 1.5 ਲੱਖ ਰੁਪਇਆ ਹੋਈ ਤਾਂ ਪਰਮੇਸ਼ਰ ਦੇ ਨਾਲ ਬੇਈਮਾਨੀ ਹੋ ਗਈ। ਫਿਰ ਸ਼ੈਤਾਨ ਆਇਆ, ਸ਼ੈਤਾਨ ਨੇ ਉਹਨੂੰ ਕਿਹਾ ਤੂੰ ਫ੍ਰੀ 'ਚ ਪਾਸਟਰ ਨੂੰ ਦੇ ਰਹੀ ਹੈ, ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਦਸਵੰਸ ਦੇ ਬਦਲੇ ਉਸ ਜਗ੍ਹਾ ਤੋਂ ਪੁੱਛੀ। ਉਹ ਪਰਮੇਸ਼ਰ ਦੇ ਨਾਲ ਬੇਈਮਾਨ ਹੋ ਗਈ। ਉਹ ਆਂਦੀ ਕਮਾ ਮੈਂ ਰਹੀ ਹਾਂ,
फ्री च उत्थे पास्टर नूं दिता जा रहा। शैतान ने उन्हें जीवन अंदर इस तरह की हलचल की गई, उन्हें दसवांश देना ही बंद कर दिता। हालेलुया। और थोड़े दिनों बाद वो भैन जी फिर तो दोबारा इंडिया वापस आ गई, वो दसवांश ना देने की वजह से। हालेलुया। उस भैन के इन्ने के बदतर हाल हो गए कि उन्हें चर्च में उठ के रो के गवाही दी कि जब मैं दसवांश भेजती सी तो ठीक सी, पर जो मैं दसवांश बंद किया कर दिता तो मेरा हाल बहुत बदतर हो गया। हालेलुया। इसलिए परमेश्वर तुहानूं अज कह रहा है कि दसवंश नूं बीजो, ਤਾਂ ਜੋ ਮੈਨੂੰ परख के वेखो, मैं तुहाडे लिए आकाश ਦੀਆਂ खिड़कियां ਨੂੰ खोलांगा, इत्थों तक बरकत भरावांगा कि तुहाडे लिए रखण ਲਈ जगह भी ना होएगी। हालेलुया। ਅਸੀਂ परमेश्वर साडे को सिर्फ अपना हिस्सा मंग रहा है, ਅਸੀਂ परमेश्वर ਨੂੰ ਉਹ ਵੀ नहीं दे रहे। अगर परमेश्वर सानू साह ही ना दवे तो कि असी कमा सकते। अगर तुसी हॉस्पिटल विच ऑक्सीजन लैन जाओ करीबन वो 2500 रुपये की आ, पर वो पता परमेश्वर तुहानू फ्री दे जो ऑक्सीजन दे रहा कि तुसी और लिए इन्ना नहीं कर सकते और हिस्सा उन्होंने नहीं दे सकते। हालेलुया। सो ये सी मेरा अज का टॉपिक, दसवंश की है, दसवंश किस तरह बेचना चाहिए और दसवंश देने की बेनिफिट। अगर तुम दसवंश को बीजते हो तो तुहाडे घर दे विच किसी भी गल की थोड़ नहीं होएगी, तुहाडे घर दे विच हर टाइम बरकतां ही होणगियां, बच्चे सुखी रहेंगे। अगर दसवंश बेचते, अगर तुम परमेश्वर का हिस्सा परमेश्वर को दिंदे हो। दसवंश भेजण के फायदे ने, अगर तुसी उन्हां इस्तेमाल करना सीख गए तो दसवंश के नाल बहुत कुछ हुंदा है, क्योंकि कुछ चीज़ां ने जिहड़ियां बिना बीज तो नहीं जांदियां। हालेलुया। इस सन अपना दसवंश बेचना चाहिए। जिस भी जगह तो तुसी जांदे हो उस जगह तो अपने पास पान अपना दसवंश तो कहो कि परमेश्वर की सेवकाई के लिए है, ਤਾਂ ਜੋ परमेश्वर के कामां नूं फैलाया जा सके, वो होर ज़्यादा लोगों को तैयार कर सके। ਉਹਦੇ ਨਾਲ ਤੁਹਾਡਾ ਬੈਨੀਫਿਟ ਆ ਕਿ ਤੁਹਾਡੇ ਘਰ ਦੇ ਵਿੱਚ ਆਸ਼ੀਸ਼ਾਂ ਆਉਣਗੀਆਂ, ਬਰਕਤਾਂ ਆਉਣਗੀਆਂ ਅਗਰ ਤੁਸੀਂ ਦਸਵੰਸ਼ ਨੂੰ ਬੀਜਦੇ ਹੋ ਤੇ। हालेलुया। प्रभु ਤੁਹਾਨੂੰ बरकत देवे। महान पिता परमेश्वर जी, मैं प्रार्थना करता हूँ मेरे महान पिता परमेश्वर जी, नाथ खुदा वचन सुना खुदा तेरी आत्मा की ओर से था खुदा। आप जानते मैं कुछ भी नहीं हूँ खुदा, जो कुछ यहाँ पे खुदा आज का वचन सुना मेरे महान पिता, इन्होंने मेरे महान परमेश्वर जी इनकी ज़िंदगी में 100 गुना फल लेकर आए मेरे महान परमेश्वर जी। इनकी मदद सहायता करना दसवंश निकालने में मेरे महान चाहते हैं कि वो दसवंश निकाले थे सेवकाई भराने के लिए थे, लोगों को तैयार करने के लिए, राज्य के लिए की मदद सहायता करना पिता, मदद सहायता कर पिता ने की शैतान के ऊपर अटैक ना करने पाए मेरे महान परमेश्वर। आप अद्भुत काम कर देने वाले दी पवित्र परमेश्वर, आपका मसा आपकी सामर्थ्य जिंदगी में कार्य करे मेरे महान परमेश्वर। इनके दसवंश बीज में मदद सहायता करने, वफादारी के साथ काम करने के लिए मदद सहायता, सेवकाई को बढ़ाने के लिए, राज्य के फैलाने के लिए मदद, यीशु के साथ तेरा फसलें के साथ यीशु मसीह के। आमीन। सो अपना दसवंश ਨੂੰ भेजो, ਤੁਸੀਂ ਬਹੁਤ ਜਲਦ ਆਸ਼ੀਸ਼ ਨੂੰ ਗ੍ਰਹਿਣ ਕਰਨ ਵਾਲੇ ਹੋ। ਜੇ ਲੋਕ ਦਸਵੰਸ਼ ਬੀਜਦੇ ਨੇ ਉਹ ਬਹੁਤ ਜਲਦ ਇੱਕ ਵੱਡੀ ਆਸ਼ੀਸ਼ ਨੂੰ ਦੇਖਣ ਵਾਲੇ ਨੇ, ਯੀਸ਼ੂ ਮਸੀਹ ਦੇ ਨਾਮ ਵਿੱਚ। ਆਮੀਨ।